ਹਾਲਾਂਕਿ ਉਹ ਦਵੈਸ਼ ਵਿੱਚ ਨਹੀਂ ਕਹਿ ਰਹੇ, ਈਰਖਾ ਨਾਲ ਨਹੀਂ ਬੋਲ ਰਹੇ, ਪਰ ਵਾਰ-ਵਾਰ ਕਹਿਣਗੇ। ਹਰ ਇੱਕ ਸ਼ਬਦ ਆਏਗਾ, ਜਿਹੜਾ ਵੀ ਸ਼ਬਦ ਆਏਗਾ, ਕਦੀ ਸ਼ਰਾਧਾਂ ਬਾਰੇ ਆ ਜਾਏਗਾ, ਕਦੀ ਆਪਨੇ ਪਿੱਛੇ ਸੁਣਿਆ ਸੂਤਕ ਦਾ ਹੈ, ਕੋਈ ਨਾਮ ਨਹੀਂ ਜਪਦਾ ਉਹਦੇ ਬਾਰੇ। ਉਹ ਕਾਰਨ ਕੀ ਹੈ? ਉਹਨਾਂ ਦਾ ਜਿਹੜਾ ਢਾਂਚਾ ਹੈ ਨਾ, ਉਹਦੇ ਵਿੱਚੋਂ ਸ਼ਬਦ ਹੀ ਇਸ ਤਰ੍ਹਾਂ ਦੇ ਨਿਕਲਣਗੇ। ਉਹ ਆਪ ਨਹੀਂ ਬੋਲ ਰਹੇ, ਕੁਦਰਤੀ ਤੌਰ ਤੇ ਕੁਦਰਤ ਪੈਦਾ ਕਰ ਦਿੰਦੀ ਹੈ, ਪਰਮਾਤਮਾ ਬਣਾ ਦਿੰਦਾ ਹੈ ਵੀ ਮੈਂ ਲੋਕਾਂ ਨੂੰ ਇਹ ਗੱਲਾਂ ਕਹਿਣੀਆਂ ਨੇ ਤੇ ਭਗਤ ਦਾ ਢਾਂਚਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਇਸ ਲਈ ਉਹ ਸ਼ਬਦ ਕਹਿ ਰਹੇ ਨੇ, ਐਸੇ ਲੋਗਨ ਸਿਓ ਕਿਆ ਕਹੀਏ। ਐਵੇਂ ਦੇ ਲੋਕਾਂ ਬਾਰੇ ਕੀ ਕਹਿਣਾ ਚਾਹੀਦਾ? ਭਾਵ ਕੋਈ ਲਾਭ ਨਹੀਂ ਕਹਿਣ ਦਾ। ਤਿੰਨ ਤੇ ਸਦਾ ਡਰਾਨੇ ਰਹੀਏ, ਉਹਨਾਂ ਤੋਂ ਸਦਾ ਹੀ ਦੂਰ ਰਹਿਣਾ ਚਾਹੀਦਾ ਹੈ। ਆਪ ਨ ਦੇਹ ਚਰੂ ਭਰ ਪਾਨੀ, ਤਿਹ ਨਿੰਦੈ ਜਿਹ ਗੰਗਾ ਆਨੀ। ਆਪ ਨਾ ਦੇਹ ਚੁਰੂ ਭਰ ਪਾਨੀ। ਚੁਰੂ ਦਾ ਮਤਲਬ ਇੱਕ ਚੁਲੀ। ਉਹਨਾਂ ਦੇ ਕੋਲ ਆਪਣੇ ਚੁਲੀ ਭਰ ਪਾਣੀ ਨਹੀਂ ਤੇ ਨਿੰਦਿਆ ਉਹਨਾਂ ਦੀ ਕਰਦੇ ਨੇ ਜਿਨ੍ਹਾਂ ਨੇ ਗੰਗਾ ਤੋਂ ਭਾਵ ਦਰਿਆ ਵਹਾ ਦਿੱਤੇ ਨੇ ਪਾਣੀ ਦੇ। ਇਹਦੇ ਭਾਵ ਅਰਥ ਇਹ ਨੇ, ਉਹਨਾਂ ਦੇ ਗਿਆਨ ਵਿੱਚ ਇੰਨੀ ਵੀ ਠੰਡ ਨਹੀਂ ਵੀ ਇੱਕ ਤਿਣਕਾ ਹੀ ਕਿਸੇ ਦੇ ਮਨ ਨੂੰ ਠੰਡ ਪੈ ਜਾਏ। ਤੇ ਨਿੰਦਿਆ ਉਹਨਾਂ ਦੀ ਕਰਦੇ ਨੇ ਜਿਨ੍ਹਾਂ ਦਾ ਇੱਕ ਇੱਕ ਸ਼ਬਦ ਲੱਖਾਂ ਲੋਕਾਂ ਦੇ ਮਨਾਂ ਦੀ ਬਲਦੀ ਹੋਈ ਅੱਗ ਨੂੰ ਠੰਡਿਆ ਕਰ ਦਿੰਦਾ ਹੈ। ਉਹਨਾਂ ਦੀ ਨਿੰਦਿਆ ਹੈ। ਇਸ ਲਈ ਇਹ ਸ਼ਬਦ ਗਿਆਨੀਆਂ, ਵਾਚ ਗਿਆਨੀਆਂ ਦੇ ਸੰਬੰਧ ਵਿੱਚ ਵੀ ਆ ਜਾਂਦਾ ਹੈ। ਵਾਚ ਗਿਆਨੀ ਮੈਂ ਤਾਂ ਕਿਹਾ ਕਿਉਂਕਿ ਗਿਆਨੀ ਤੇ ਬੜੀ ਉੱਚੀ ਅਵਸਥਾ ਹੈ ਨਾ, ਬ੍ਰਹਮ ਗਿਆਨੀ। ਇੱਕ ਸੁੱਕਾ ਜਿਹਾ ਗਿਆਨ ਕੀ ਕੋਈ ਅਰਥ ਕਰ ਲਏਗਾ? ਜੇ ਕੋਈ ਅੱਗ ਦੀ ਫੋਟੋ ਨਾਲ ਗਲਵੱਕੜੀ ਪਾ ਕੇ ਬੈਠ ਜਾਏ, ਕੀ ਉਹਨੂੰ ਸੇਕ ਲੱਗ ਜਾਏਗਾ? ਦੀਵਾਰ ਤੇ ਅਗਨੀ ਬਲ ਰਹੀ ਹੈ, ਭਾਪੜ ਬਲ ਰਹੇ ਨੇ, ਉਹਨੂੰ ਹੱਥ ਲਾ ਕੇ ਵੇਖ ਲਓ ਜਾ ਕੇ, ਕੀ ਸੇਕ ਮਿਲੇਗਾ ਉਸ ਅਗਨੀ ਵਿੱਚੋਂ? ਸੇਕ ਮਿਲੇਗਾ ਜਿੱਥੇ ਅੱਗ ਬਲ ਰਹੀ ਹੈ। ਕੰਧ ਤੇ ਛਪੀ ਹੋਈ ਅੱਗ ਨਾਲ ਕਦੀ ਸੇਕ ਨਹੀਂ ਪਏਗਾ। ਸਾਹਮਣੇ ਸਾਡੇ ਘਰ ਵਿੱਚ ਸਿੰਦਰੀ ਹੈ, ਉਹ ਸਿੰਦਰੀ ਤੇ ਗੁਰੂ ਕੇ ਸਵਾਰਿਓ ਦਰਿਆ ਬਣਿਆ ਹੋਇਆ ਹੈ, ਪਾਣੀ ਦੀਆਂ ਛੱਲਾਂ ਆ ਰਹੀਆਂ ਨੇ, ਤੇ ਕੀ ਉਸ ਸਿੰਦਰੀ ਨੂੰ ਆਪਾਂ ਜਾ ਕੇ ਹੱਥ ਲਾਈਏ, ਉਹਦੇ ਵਿੱਚ ਡੁਬਕੀ ਲਾਉਣ ਦਾ ਯਤਨ ਕਰੀਏ, ਉਹ ਸਾਡੀ ਠੰਡ ਪਾ ਦੇਗਾ ਸਰੀਰ ਨੂੰ? ਸਾਨੂੰ ਕੁਝ ਗਿਆਨ ਇਸ ਤਰ੍ਹਾਂ ਦੇ ਨੇ, ਜਿਵੇਂ ਕੰਧ ਤੇ ਛਪੀ ਹੋਈ ਅਗਨੀ, ਜਿਵੇਂ ਸੀਨਰੀ ਵਿੱਚ ਬਣਿਆ ਹੋਇਆ ਸਰੋਵਰ। ਕੀ ਕਰੇਗਾ ਉਹ ਜੀਵਨ ਵਿੱਚ? ਇੱਕ ਮਨ ਦੀ ਭਟ ਬੰਦੇ ਦਾ ਸਿਰਫ ਉਹਨੂੰ ਭਰਮ ਪਾ ਸਕਦਾ ਵੀ ਬਹੁਤ ਵਧੀਆ ਲੱਗ ਰਿਹਾ। ਭਰਮ ਪੈ ਜਾਂਦਾ ਕਈ ਵਾਰੀ। ਅੰਦਰ ਐਵੇਂ ਦੀਆਂ ਤਸਵੀਰਾਂ ਲੱਗੀਆਂ ਹੋਣ ਨਾ, ਸੀਨਰੀ ਬਣੀ ਹੋਵੇ, ਤਸਵੀਰਾਂ ਐਵੇਂ ਦੀਆਂ ਹੋਣ, ਬੜੇ ਸੋਹਣੇ ਉਹਦੇ ਵਿੱਚ ਗਮਲੇ ਲੱਗੇ ਹੋਣ ਤਸਵੀਰ ਵਿੱਚ, ਲੱਗਦਾ ਹੈ, ਫਿਰ ਉਹੀ ਗੱਲ ਆ ਗਈ, ਲੱਗਦਾ ਹੈ ਵੀ ਇਹ ਕੋਈ ਬਹੁਤ ਵਧੀਆ ਫੁੱਲ ਨੇ, ਪਰ ਸੁਗੰਧੀ ਨਹੀਂ ਆ ਰਹੀ। ਫੁੱਲ ਜ਼ਰੂਰ ਵਧੀਆ ਨੇ। ਇਸ ਲਈ ਐਵੇਂ ਦੇ ਮਨੁੱਖ ਆਪ ਨਾ ਦੇਹ ਚਰੂ ਭਰ ਪਾਣੀ, ਆਪ ਤੇ ਇੱਕ ਚੁਲੀ ਭਰ ਵੀ ਕਿਸੇ ਨੂੰ ਠੰਡ ਪਾਉਣ ਜੋਗੇ ਨਹੀਂ, ਤੇ ਨਿੰਦਿਆ ਉਹਨਾਂ ਦੀ ਕਰਦੇ ਨੇ ਜਿਨ੍ਹਾਂ ਨੇ ਕਈ ਜਨਮਾਂ ਤੋਂ ਤਪਦੇ ਹੋਏ ਕੜਾਏ ਬੁਝਾ ਦਿੱਤੇ। ਕਬੀਰ ਜੀ ਇਹ ਗੱਲ ਉਹਨਾਂ ਨਾਸਤਿਕ ਜਿਹੜੇ ਸਾਖਤ ਲੋਕ ਨੇ ਉਹਨਾਂ ਵਾਸਤੇ ਵਰਤ ਰਹੇ ਹਨ। ਬੈਠਤ ਉਠਤ ਕੁਟਲਤਾ ਚਾਲੈ, ਆਪ ਗਏ ਔਰਨ ਹੂ ਘਾਲੈ। ਬੈਠਤ ਉਠਤ, ਉਹ ਬਹਿੰਦੇ ਉੱਠਦੇ, ਕੁਟਲਤਾ ਦਾ ਭਾਵ ਕੁਟਲ ਨੀਤੀ ਚੱਲਦੇ ਰਹਿੰਦੇ ਨੇ, ਭਾਵ ਪੁੱਠੀ ਨੀਤੀ ਚੱਲਦੇ ਨੇ। ਆਪ ਗਏ, ਹੁਣ ਆਪ ਤੇ ਉਹ ਗਏ ਗੁਜਰੇ ਹੈ ਨਹੀਂ ਨੇ, ਪਤਾ ਲੱਗ ਗਿਆ ਉਹਨਾਂ ਨੂੰ ਬਈ ਢੋਈ ਨਹੀਂ ਮਿਲਣੀ ਜਿੰਨੇ ਨਿੰਦਿਆ ਕਰ ਲਈ ਹੈ ਨਾ। ਸਾਧਕਾ ਨਿੰਦਕ ਕੈਸੇ ਤਰੈ, ਸਰ ਪਰ ਜਾਨੋ ਨਰਕ ਹੀ ਪਰੈ। ਦਿਨ ਰਾਤ ਨਿੰਦਿਆ ਦੀਆਂ ਪੰਡਾਂ ਚੁੱਕ ਚੁੱਕ ਕੇ ਇਕੱਠਾ ਕਰ ਲਿਆ ਬਈ ਗੁਰੂ ਸਾਹਿਬ ਜੀ ਦੇ ਬਾਰੇ ਫੈਸਲਾ ਦੇ ਰਹੇ ਨੇ। ਇਹ ਸ਼ਬਦ ਲੁਕਾ ਕੇ ਰੱਖੇ ਨੇ ਗੁਰੂ ਜੀ ਦੇ ਕਿ ਜੇ ਉਹ 68 ਤੀਰਥ ਨਹਾਵੈ, ਜੇ ਉਹ ਦੁਆਦਸ ਸਿਲਾ ਪੁਜਾਵੈ, ਜੇ ਉਹ ਗ੍ਰਹਿਣ ਕਰੈ ਕੁਲ ਖੇਤ, ਅਰਪੈ ਨਾਰ ਸ਼ਿੰਗਾਰ ਸਮੇਤ, ਸਗਲੀ ਸਿਮਰਤ ਸਰਵਣੀ ਸੁਣੈ, ਕਰੈ ਨਿੰਦ ਕਵਣੈ ਨਹੀਂ ਗੁਣੈ। ਪਤਾ ਹੈ ਇਹਨਾਂ ਦੇ ਅਰਥਾਂ ਦਾ, ਪਰ ਇਹ ਸ਼ਬਦ ਪਾਸੇ ਕਰ ਦਿੱਤੇ ਕਿਉਂਕਿ ਹੰਕਾਰ ਨੂੰ ਪੱਠੇ ਪਾਣੇ ਸਨ, ਨਿੰਦਿਆ ਕਰਨੀ ਸੀ। ਇਹ ਕਿਵੇਂ ਨਿੰਦਕ? ਹੁਣ ਨਿੰਦਕ ਕਾ ਪ੍ਰਗਟ ਪਹਾਰਾ, ਨਿੰਦਕ ਦੀ ਦੁਕਾਨ ਪ੍ਰਗਟ ਹੋ ਜਾਂਦੀ ਹੈ। ਇਸ ਲਈ ਕਹਿ ਰਹੇ ਨੇ ਆਪ ਗਏ, ਆਪ ਤੇ ਉਹ ਗਏ ਗਵਾਚੇ ਹੋ ਹੀ ਗਏ। ਔਰਨ ਹੂੰ ਘਾਲੈ,
ਤੇ ਦੂਜਿਆਂ ਨੂੰ ਵੀ ਸਿੱਖਿਆ ਦਿੰਦੇ ਨੇ ਇੱਥੋਂ ਚਲੇ ਜਾਓ, ਭਾਵ ਇੱਥੇ ਕੁਝ ਨਹੀਂ ਹੈ। ਇਵੇਂ ਦੇ ਨਿੰਦਕਾਂ ਤੋਂ ਕਬੀਰ ਜੀ ਕਹਿੰਦੇ ਨੇ ਡਰਾਨੇ ਰਹੀਐ, ਬਚ ਕੇ ਰਹਿਣਾ ਚਾਹੀਦਾ ਹੈ। ਛਾੜ ਕੁਚਰਚਾ ਆਣ ਨ ਜਾਣੈ, ਬ੍ਰਹਮਾ ਹੂ ਕੋ ਕਹਿਓ ਨਾ ਮਾਨੈ। ਛਾੜ ਕੁਚਰਚਾ ਦਾ ਭਾਵ ਹੈ ਕੂਚਰਚਾ, ਉਹ ਵਖਿਆਨ ਜਿਹਦੇ ਵਿੱਚ ਕੇਵਲ ਕੱਲਾ ਹੀ ਤਰਕ ਹੋਵੇ, ਜਿਹਦੇ ਵਿੱਚ ਕਿਸੇ ਦੇ ਉੱਤੇ ਕੇਵਲ ਚੋਟਾਂ ਹੀ ਮਾਰੀਆਂ ਗਈਆਂ ਹੋਣ ਇਕੱਲੀਆਂ। ਵੇਖੋ ਨਿੰਦਿਆ ਦਾ ਪੱਖ ਜੇ ਆਪਾਂ ਲਈਏ, ਵੈਸੇ ਕਬੀਰ ਜੀ ਵੀ ਕਰ ਰਹੇ ਨੇ। ਜੇ ਤੁਸੀਂ ਅੱਜ ਦਾ ਸ਼ਬਦ ਹੀ ਲਓ ਤੇ ਨਿੰਦਕ ਦੇ ਉੱਤੇ ਚੋਟ ਮਾਰ ਰਹੇ ਨੇ ਕਬੀਰ ਜੀ। ਇੱਕ ਹੋਰ ਅਵਸਥਾ ਹੈ, ਉਹ ਪਿਆਰ ਵਿੱਚ ਕਹਿ ਰਹੇ ਨੇ, ਉਹ ਨੁਕਸਾਨ ਨਹੀਂ ਕਰਨਾ ਚਾਹੁੰਦੇ। ਜਿਨ੍ਹਾਂ ਲੋਕਾਂ ਦੇ ਖਿਲਾਫ ਬੋਲ ਰਹੇ ਨੇ ਉਹਨਾਂ ਦੇ ਨੁਕਸਾਨ ਵਿੱਚ ਨਹੀਂ ਜਾ ਰਹੇ, ਉਹਨਾਂ ਦੀ ਹਮਦਰਦੀ ਵਿੱਚ ਬੋਲ ਰਹੇ ਨੇ। ਪਰ ਨਿੰਦਕ ਜਦੋਂ ਬੋਲਦਾ ਉਹ ਦੂਜੇ ਦਾ ਨੁਕਸਾਨ, ਉਹਨੂੰ ਬਦਨਾਮ ਕਰਨ ਵਾਸਤੇ ਬੋਲਦਾ। ਇਸ ਲਈ ਕਈ ਵਾਰੀ ਆਪਣੇ ਦੀ ਕੱਢੀ ਹੋਈ ਗਲਤੀ ਵੀ ਮਿੱਠੀ ਲੱਗਦੀ ਹੈ। ਧਿਆਨ ਦਿਓ, ਇਸ ਤਰ੍ਹਾਂ ਦੀ ਹੈ ਬਾਣੀ ਦਾ ਜਿਹੜਾ ਕੌੜਾਪਣ ਹੈ। ਕੋਈ ਆਪਾਂ ਕੰਮ ਕਰੀਏ ਤੇ ਆਪਣਾ ਮਿੱਤਰ ਹੋਵੇ ਨਾ, ਉਹ ਸਾਨੂੰ ਦੱਸਦਾ ਵੀ ਇੱਥੇ ਕਰਕੇ ਤੁਸੀਂ ਗਲਤ ਕਰ ਰਹੇ ਹੋ, ਤੇ ਉਹਦੇ ਤੇ ਕੋਈ ਗੁੱਸਾ ਨਹੀਂ ਆਏਗਾ। ਉਹਦਾ ਕਾਰਨ, ਕਿਉਂਕਿ ਜਿਹੜਾ ਸਾਨੂੰ ਦੱਸ ਰਿਹਾ ਵੀ ਤੁਸੀਂ ਇੱਥੇ ਗਲਤ ਕਰ ਰਹੇ ਹੋ, ਸਾਡੇ ਫਾਇਦੇ ਵਾਸਤੇ ਉਹਦੇ ਅੰਦਰ ਪਿਆਰ ਹੈ, ਤਾਂ ਉਹ ਕਹਿ ਰਿਹਾ। ਪਰ ਦੂਜੇ ਪਾਸੇ ਨਿੰਦਕ ਕੀ ਕਰੇਗਾ, ਉਹ ਸਾਨੂੰ ਨਹੀਂ ਕਹੇਗਾ ਵੀ ਤੁਸੀਂ ਇੱਥੇ ਗਲਤ ਕੀਤਾ ਹੈ, ਉਹ ਲੋਕਾਂ ਵਿੱਚ ਇਸ ਗੱਲ ਨੂੰ ਫੈਲਾਏਗਾ ਵੀ ਫਲਾਣੇ ਬੰਦੇ ਨੇ ਆਹ ਤੇ ਕੰਮ ਗੱਲ ਗਲਤ ਕਰ ਦਿੱਤੀ। ਕਿਉਂ? ਉਹਨੂੰ ਮੌਕਾ ਮਿਲਿਆ। ਉਹਨੂੰ ਨਹੀਂ ਕਹੇਗਾ, ਉਹ ਦੂਸਰਿਆਂ ਦੇ ਕੋਲ ਉਹਨੂੰ ਚੁੱਕੇਗਾ। ਉਹਦਾ ਕਾਰਨ, ਕਿਉਂਕਿ ਉਸ ਬੰਦੇ ਨੂੰ ਬਦਨਾਮ ਕਰਨਾ ਚਾਹੁੰਦਾ। ਇਸ ਲਈ ਬੜਾ ਫਰਕ ਹੈ। ਆਪ ਗਏ ਔਰਨ ਹੂੰ ਘਾਲੈ, ਆਪ ਗਏ ਨੇ ਤੇ ਦੂਜਿਆਂ ਨੂੰ ਉੱਥੋਂ ਕੱਢਣਾ ਚਾਹੁੰਦੇ ਭਾਵ। ਤੇ ਅਗਲੀ ਪੰਕਤੀ ਕਹਿ ਰਹੇ ਨੇ, ਛਾੜ ਕੁਚਰਚਾ ਆਨ ਨਾ ਜਾਣੈ। ਇਹਦੇ ਤੋਂ ਬਿਨਾ ਉਹਨਾਂ ਨੂੰ ਕੋਈ ਵੀ ਪਤਾ ਨਹੀਂ, ਸਿੰਘ ਅਡਾਉਣ ਤੋਂ ਬਿਨਾ। ਤੇ ਕਹਿਣ ਲੱਗੇ ਬ੍ਰਹਮਾ ਹੂੰ ਕੋ ਕਹਿਓ ਨਾ ਮਾਨੈ। ਬ੍ਰਹਮਾ ਦਾ ਇੱਥੇ ਅਰਥ ਹੈ ਰੱਬ ਨਾਲ ਜੁੜੇ ਹੋਏ ਬ੍ਰਹਮ ਗਿਆਨੀ। ਬ੍ਰਹਮਾ ਦਾ ਅਰਥ ਬ੍ਰਹਮਾ ਦੇਵਤਾ ਨਹੀਂ, ਇੱਥੇ ਬ੍ਰਹਮਾ ਹੂੰ ਜਿਹੜੇ ਬ੍ਰਹਮ ਵਿੱਚ ਲੀਨ ਹੋ ਚੁੱਕੇ ਨੇ, ਸੰਤ ਭਗਤ ਰੱਬ ਦੇ ਪਿਆਰੇ। ਕਹਿਣ ਲੱਗੇ ਉਹਨਾਂ ਦਾ ਕਿਆ ਹੋਇਆ ਮੰਨਦੇ ਨਹੀਂ ਤੇ ਆਪਣੀ ਮਰਜ਼ੀ ਦੇ ਅਨੁਸਾਰ ਹੀ ਜੀਵਨ ਬਤੀਤ ਕਰਦੇ ਹਨ ਜੀ। ਆਪ ਗਏ ਔਰਨ ਹੂ ਖੋਵੈ, ਆਗ ਲਗਾਏ ਮੰਦਰ ਮੈਂ ਸੋਵੈ। ਆਪ ਤੇ ਉਹਨਾਂ ਨੇ ਜੀਵਨ ਦਾ ਘਾਤ ਕਰ ਲਿਆ, ਪਰ ਦੂਸਰਿਆਂ ਨੂੰ ਵੀ ਖੋਵੈ, ਉਹਨਾਂ ਨੂੰ ਵੀ ਜੀਵਨ ਦੇ ਵਿੱਚੋਂ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ। ਉਹਨਾਂ ਦਾ ਜੀਵਨ ਇਸ ਤਰ੍ਹਾਂ ਹੈ ਜਿਵੇਂ ਕੋਈ ਮਨੁੱਖ ਮਕਾਨ ਨੂੰ ਅੱਗ ਲਾ ਕੇ ਉਹਦੇ ਵਿੱਚ ਸੌਂ ਜਾਏ, ਉਹ ਕਿੰਨਾ ਕੁ ਚਿਰ ਬਚੇਗਾ, ਭਾਵ ਉਸ ਅਗਨੀ ਦੇ ਨਾਲ ਤਬਾਹ ਹੋ ਜਾਵੇਗਾ ਜੀ। ਅਵਰਨ ਹਸਤ ਆਪ ਹੈ ਕਾਨੇ, ਤਿਨ ਕੋ ਦੇਖ ਕਬੀਰ ਲ ਜਾਣੇ। ਅਵਰਨ ਹਸਤ, ਹਸ ਦਾ ਇੱਥੇ ਅਰਥ ਹੈ ਹੱਸਣਾ, ਮਖੌਲ ਕਰਨਾ। ਦੂਜਿਆਂ ਤੇ ਦਿਨ ਰਾਤ ਹੱਸਦੇ ਨੇ, ਮਖੌਲ ਕਰਦੇ ਨੇ। ਆਪ ਹੈ ਕਾਣੇ, ਕਾਣੇ ਦਾ ਮਤਲਬ ਜਿਹਦੀ ਇੱਕ ਅੱਖ ਹੋਵੇ ਤੇ ਇੱਕ ਨਾ ਹੋਵੇ। ਅੰਨੇ ਨਹੀਂ ਕਿਹਾ ਇੱਥੇ, ਅੰਨੇ ਦੀਆਂ ਤੇ ਦੋਵੇਂ ਅੱਖਾਂ ਨਹੀਂ। ਕਾਣੇ ਦਾ ਮਤਲਬ ਤਾਂ ਇੱਥੇ ਸ਼ਬਦ ਵਰਤਿਆ। ਇੱਕ ਥਾਂ ਤੇ ਵਚਨ ਆਏਗਾ ਭਗਤ ਜੀ ਦੀ ਬਾਣੀ ਵਿੱਚ, ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਇਹਦੇ ਅਰਥ ਬੜੇ ਲੰਮੇ ਚੌੜੇ ਨੇ, ਕਿਉਂਕਿ ਇਹਦੇ ਵਿੱਚੋਂ ਭੁਲੇਖੇ ਪੈਂਦੇ ਨੇ ਵੀ ਸ਼ਾਇਦ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਕਿਹਾ ਗਿਆ ਤੇ ਆਪਣੇ ਆਪ ਨੂੰ ਬਚਾ ਲਿਆ। ਇੱਥੇ ਅੰਨੇ ਤੇ ਕਾਣੇ ਦਾ ਮਤਲਬ ਇਹ ਹੈ ਵੀ ਇੱਕ ਦੀਆਂ ਤੇ ਦੋਵੇਂ ਅੱਖਾਂ ਕੋਈ ਨਹੀਂ, ਨਾ ਉਹਦੇ ਕੋਲ ਸ਼ਰਧਾ ਹੈ ਤੇ ਨਾ ਗਿਆਨ ਹੈ, ਅੰਨਾ ਹੋ ਗਿਆ। ਤੇ ਤੁਰਕੂ ਕਾਣਾ ਦਾ ਮਤਲਬ ਇਹਨਾਂ ਦੇ ਕੋਲ ਗਿਆਨ ਤਾਂ ਹੈ ਤੇ ਅੰਦਰ ਜਿਹੜੀ ਨਿਮਰਤਾ ਨਹੀਂ ਹੈ, ਉਹ ਪੱਖ ਲਿਆ ਗਿਆ ਵਿੱਚੋਂ ਸਿਰਫ। ਇੱਥੇ ਕਬੀਰ ਜੀ ਕਹਿ ਰਹੇ ਨੇ ਅਵਰਨ ਹਸਤ ਆਪ ਹੈ ਕਾਣੇ। ਇਹਨਾਂ ਦੀ ਇੱਕ ਸ਼ਰਧਾ ਵਾਲੀ ਅੱਖ ਮਾਰੀ ਗਈ ਏ, ਗਿਆਨ ਵਾਲੀ ਹੈ ਇਕੱਲੀ, ਤੇ ਗਿਆਨ ਵਾਲੀ ਇਕੱਲੀ ਅੱਖ ਕਰਕੇ ਕੁਚਰਚਾ ਹੋ ਰਹੀ ਹੈ। ਇਸ ਕਰਕੇ ਕਬੀਰ ਜੀ ਕਹਿੰਦੇ ਤਿੰਨ ਕੋ ਦੇਖ ਕਬੀਰ ਲਜਾਨੇ। ਕਬੀਰ ਜੀ ਕਹਿੰਦੇ ਨੇ ਉਹਨਾਂ ਨੂੰ ਵੇਖ ਕੇ ਮੈਨੂੰ ਲੱਜਾ, ਲਜਾਨੇ ਦਾ ਮਤਲਬ ਸ਼ਰਮ ਆਉਣੀ। ਇਹਨਾਂ ਵੱਲੋਂ ਵੇਖ ਕੇ ਲੱਜਾ ਸ਼ਰਮ ਆ ਰਹੀ ਹੈ। ਸਤਿਗੁਰੂ ਕਿਰਪਾ ਕਰਨ, ਇਹ ਜੋ ਕਬੀਰ ਜੀ ਨੇ ਉਪਦੇਸ਼ ਦਿੱਤਾ ਹੈ, ਸਹਿਬ ਕਿਰਪਾ ਕਰਕੇ
ਸਿੱਧੇ ਰਸਤੇ ਤੇ ਤੋਰ ਕੇ, ਨਿੰਦਿਆ ਤੋਂ ਬਚਾ ਕੇ, ਨਾਮ ਦੀ ਦਾਤ ਬਖਸ਼ ਕੇ ਸੁਭਾ ਬਖਸ਼ਿਸ਼ ਕਰਨ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ। ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ।